ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਾਹਿਗੁਰੂ ਸਾਹਿਬ ਗੁਰੂ ਪ੍ਰਸਾਦਿ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਛੋਟੈ ਛੋਟੋ ਵੀ ਕੋਈ ਸਤਵਾਨ ਛੋਟੈ ਛੋਟੋ ਵੀ ਛੋਟਾ सज्जन सिंह कौन है जी इत्थे? सज्जन सिंह ਅਸੀਂ ਤੁਹਾਨੂੰ ਪਹਿਲਾਂ ਵੀ 6 ਮਹੀਨੇ ਦਾ ਟਾਈਮ ਦਿੱਤਾ, ਬਹੁਤ ਟਾਈਮ ਹੋ ਗਿਆ ਹੁਣ ਤਾਂ। साहब ਐਵੇਂ ਨਾ ਕਰੋ साहब ਮੈਨੂੰ 6 ਮਹੀਨੇ ਦੀ ਮੋਹਰ ਛੋੜ ਦਿਓ साहब ਮੇਰੀ ਗੱਲ ਤਾਂ ਸੁਣੋ साहब ਮੇਰੀ ਗੱਲ ਤਾਂ ਸੁਣੋ साहब साहब मेरा ट्रैक्टर साहब ਐਵੇਂ ਨਾ ਕਰੋ साहब ਖੜੋ ਥੋੜੀ ਖੜੋ ਮੁੰਡਿਓ। ਬੇਬੇ ਚਲੋ ਵੀ ਮੁੰਡਿਓ। ਖੜੋ ਥੋੜੀ बाबू 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 बेबे बेबे उठ बेबे जा तू बच के पानी लेके आ बेबे 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 उठ की हो गया बेबे मैं ठीक है तू मां दे कपड़े तू मां दा ख्याल रख मैं वेखदा मैं रविंदर सिंह उर्फ रवि जिला जोजा पिंड किलियां मैं सरकारां दे सिस्टम तो तंग हाँ क्योंकि बेरोजगारियां मिलियां। यस कम इन। सॉरी यस कम इन। वेलकम टू आवर कंपनी। मैं आपे तो मलंग हाँ हथ डिगरियां फड़ियां। मैं वारिस हाँ भगत सराबे ते हरी सिंह नलूए दे इतिहासां दा। ताइयों उन्हां दीयां फोटोआं
ਆਪਣੀਆਂ ਸੋਚਾਂ ਵਿੱਚ ਜੜੀਆਂ। ਮੈਂ ਕਹਾਣੀ ਹਾਂ ਉਹਨਾਂ ਕਰਜ਼ਈ ਕਿਸਾਨਾਂ ਦੀ, ਜਿਹੜੇ ਕੁਦਰਤੀ ਆਫਤਾਂ ਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸਿਰਾਂ ਤੇ ਕਰਜ਼ੇ ਚੜ੍ਹਨ ਕਰਕੇ ਆਪਣੇ ਮਨ ਨੂੰ ਮੋਨੋ ਲਾ ਲੈਂਦੇ ਨੇ। ਮੈਂ ਕਹਾਣੀ ਹਾਂ ਉਹਨਾਂ ਆਸ਼ਕਾਂ ਦੀ, ਜਿਹੜੇ ਆਪਣੇ 2 ਸਾਲਾਂ ਦੇ ਪਿਆਰ ਬਦਲੇ ਆਪਣੇ ਮਾਂ-ਬਾਪ ਦਾ 20 ਸਾਲਾਂ ਦਾ ਪਿਆਰ ਭੁੱਲ ਜਾਂਦੇ ਨੇ। ਮੈਂ ਕਹਾਣੀ ਹਾਂ ਉਹਨਾਂ ਬੇਰੁਜ਼ਗਾਰਾਂ ਦੀ, ਜਿਹੜੇ ਆਪਣੀ ਪੜ੍ਹਾਈ ਦਾ ਮੁੱਲ ਨਾ ਮਿਲਣ ਕਰਕੇ ਨਸ਼ੇ ਦਾ ਸਹਾਰਾ ਲੈ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਲੈਂਦੇ ਹਨ। ਮੈਂ ਕਹਾਣੀ ਹਾਂ ਉਹਨਾਂ ਜ਼ਿੰਦਗੀ ਤੋਂ ਤੰਗ ਇਨਸਾਨਾਂ ਦੀ, ਜਿਹੜੇ ਆਪਣਾ ਵਜੂਦ ਭੁੱਲ ਕੇ ਮੌਤ ਨਾਲ ਹੱਥ ਮਿਲਾ ਲੈਂਦੇ ਨੇ। ਦੋਸਤੋ, ਤੁਸੀਂ ਮਰਨ ਤੋਂ ਪਹਿਲਾਂ ਮੇਰੇ ਵਾਂਗ ਇੱਕ ਵਾਰ ਜ਼ਰੂਰ ਟਾਲਿਓ ਖੁਦਕੁਸ਼ੀ। ਉਸ ਦਿਨ ਮੈਂ ਬਹੁਤ ਡਿਪਰੈਸ਼ਨ ਵਿੱਚ ਸੀ। ਜ਼ਿੰਦਗੀ ਤੋਂ ਤੰਗ ਆ ਕੇ ਮੈਂ 2 ਮੰਜ਼ਲੀ ਉੱਚੀ ਇਮਾਰਤ ਤੋਂ ਛਾਲ ਮਾਰਨ ਹੀ ਲੱਗਾ ਸੀ। ਅਚਾਨਕ ਮੇਰੀ ਨਿਗਾਹ ਇੱਕ ਅਜਿਹੇ ਆਦਮੀ ਤੇ ਪਈ ਜਿਹੜਾ ਇੱਕ ਛੋਟੀ ਗਰੀਬ ਬੱਚੀ ਤੇ ਗੰਦੀਆਂ ਨਜ਼ਰਾਂ ਤਾਣੀ ਬੈਠਾ ਸੀ। ਜਿਹੜੀ ਬੱਚੀ ਆਲੇ ਦੁਆਲੇ ਤੋਂ ਬੋਤਲਾਂ ਚੱਪਲਾਂ ਚੁੱਕ ਕੇ ਇੱਕ ਕੂੜੇ ਦੇ ਢੇਰ ਚੋਂ ਆਪਣਾ ਭਵਿੱਖ ਫਰੋਲ ਰਹੀ ਸੀ। ਥੋੜੀ ਜਿਹੀ ਦੂਰ ਇੱਕ ਪਾਗਲ ਜਿਹਾ ਆਦਮੀ ਇਹ ਸਭ ਕੁਝ ਬੜੀ ਗੌਰ ਨਾਲ ਵੇਖ ਰਿਹਾ ਸੀ। ਉਸ ਦਰਿੰਦੇ ਦਾ ਵਾਰ-ਵਾਰ ਉਸ ਬੱਚੀ ਕੋਲ ਜਾ ਕੇ ਉਹਨੂੰ ਛੂਹਣ ਦੀ ਕੋਸ਼ਿਸ਼ ਕਰਨਾ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਮੌਕੇ ਦੀ ਭਾਲ ਵਿੱਚ ਹੋਵੇ। ਪਰ ਉਸ ਪਾਗਲ ਇਨਸਾਨ ਕਰਕੇ ਉਹਨੂੰ ਇਹ ਮੌਕਾ ਆਪਣੇ ਹੱਥੋਂ ਨਿਕਲਦਾ ਦਿਖਿਆ। ਮੈਨੂੰ ਉਹ ਪਾਗਲ ਨਹੀਂ ਸੀ ਲੱਗ ਰਿਹਾ ਜਿਹੜਾ ਉਸ ਬੱਚੀ ਨੂੰ ਆਪਣੀ ਧੀ ਸਮਝ ਰਿਹਾ ਸੀ। ਦੂਜੇ ਪਾਸੇ ਉਹ ਦਰਿੰਦਾ ਮੈਨੂੰ ਕਿਸੇ ਹੈਵਾਨ ਤੋਂ ਘੱਟ ਨਹੀਂ ਸੀ ਲੱਗ ਰਿਹਾ ਜਿਹੜਾ ਉਸ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ। ਉਸ ਦਰਿੰਦੇ ਨੂੰ ਵੇਖ ਕੇ ਮੈਨੂੰ ਇੰਜ ਲੱਗ ਰਿਹਾ ਸੀ ਕਿ ਕਦੋਂ ਉਸ ਨੂੰ ਮੌਕਾ ਮਿਲੇ ਤੇ ਕਦੋਂ ਉਸ ਬੱਚੀ ਨੂੰ ਚੁੱਕ ਕੇ ਉਸ ਨਾਲ ਨਹੀਂ ਏਦਾਂ ਨਹੀਂ ਹੋ ਸਕਦਾ। ਉਸ ਇਨਸਾਨ ਦਾ ਮੇਰੀਆਂ ਨਜ਼ਰਾਂ ਵਿੱਚੋਂ ਗਿਰਨਾ ਤੇ ਮੇਰਾ ਛੱਤ ਤੋਂ ਡਿੱਗਣਾ ਤੇ ਡਿੱਗਣਾ ਸ਼ਬਦ ਮੈਨੂੰ ਇੱਕ ਬਰਾਬਰ ਲੱਗੇ। ਮੈਨੂੰ ਬੜੀ ਗਿਰਾਵਟ ਜਿਹੀ ਮਹਿਸੂਸ ਹੋਈ। ਨਹੀਂ, ਮੈਂ ਇਸ ਤਰ੍ਹਾਂ ਨਹੀਂ ਮਰ ਸਕਦਾ।
ਨਹੀਂ, ਲੋਕ ਕੀ ਕਹਿਣਗੇ? ਓਏ ਉਹ ਦੇਖੋ ਗਿਰਿਆ ਹੋਇਆ ਇਨਸਾਨ। ਹਾਂ ਹਾਂ, ਗਿਰਿਆ ਹੋਇਆ ਇਨਸਾਨ। ਓਏ ਤਾਂ ਸੱਚੀ ਗਿਰ ਗਿਆ। ਓਏ ਇਹ ਤਾਂ ਗਿਰਿਆ ਹੋਇਆ ਇਨਸਾਨ ਆ। ਹਾਂ ਭਾਈ ਹਾਂ। ਨਹੀਂ ਨਹੀਂ, ਮੈਂ ਗਿਰਿਆ ਹੋਇਆ ਇਨਸਾਨ ਨਹੀਂ ਹਾਂ। ਮੈਂ ਗਿਰਿਆ ਹੋਇਆ ਇਨਸਾਨ ਨਹੀਂ ਹਾਂ। ਮੈਂ ਟ੍ਰੇਨ ਲੈ ਕੇ ਇਹ ਠੀਕ ਹੈ। मैं ट्रेन ले आके मरांगा। हाँ हाँ, मैं ट्रेन ले आके मरांगा। मैं ट्रेन ले आके मरांगा, यही ठीक रहेगा। मेरे पैरों की रफ्तार ते ट्रेन दे हारन दी गूंज एक दूजे वाल बदन लगे। मैं थकिया हारिया ट्रेन की लीह ते पहुंचा। अपनी मौत ते ट्रेन चलन का इंतजार करने लगा। मैं उथों लंघदी आवाजाही विचों की वेखदा, एक फैशनेबल औरत, उसका पति ते एक गरीब औरत बैग ते बच्चे समेत उतरते हैं। उस फैशनेबल औरत नूं वेख के लग रहा सी जिवें वो किसी वधिया बिजनेस की मालकन होवे। दूजे पासे वो गरीब औरत विचारी पता नहीं किन्नियां को मजबूरियां दी मारी होवे, पर एक ही मैडम दा अपने बच्चे लिए जूस फड़ाउणा शायद उस गरीब औरत नूं महंगा पै गया। You don't have manners? Stupid lady, तुम्हारे हाथ सही सलामत है या टूट गए? पैसे लेने के लिए तो रोज रोज नए नए एक्सक्यूजेस बनाती हो। मैं और अभी देखो ये सारी ड्रेस खराब करके रख दी। और आप भी तुम ना आज से काम पे मत आना। बच्चा दो मेरा, लाओ बच्चा दो मुझे मेरा। छोड़ो। नहीं नहीं मैम साहब, नहीं मैम साहब, मुझे नौकरी की सख्त जरूरत है। मैम सॉरी, मेरा पति सचमुच बीमार है, मुझे पैसों की सख्त जरूरत है। आओ। अरे रिलैक्स, लाओ मुझे दो। अरे रुको रुको रुको, मैं हूं ना। मैं सारी उम्र आपकी गुलाम बनकर रहूंगी। ਇਹ ਸਭ ਵੇਖ ਕੇ ਮੈਨੂੰ ਥੱਲੇ ਆਉਣਾ ਅਤੇ ਥੱਲੇ ਲੱਗਣ ਦਾ ਮਤਲਬ ਸਮਝ ਆਉਣ ਲੱਗਾ। ਥੱਲੇ ਆਉਣਾ ਤੇ ਥੱਲੇ ਲੱਗਣਾ ਸ਼ਬਦ ਵੀ ਮੇਰੇ ਸਵੈ ਮਾਣ ਨੂੰ ਜਚੇ ਨਾ। ਨਾ ਏਦਾਂ ਮਰਨਾ ਵੀ ਠੀਕ ਨਹੀਂ। ਮੈਂ ਏਦਾਂ ਗੁਲਾਮਾਂ ਵਾਂਗ ਮਰਨਾ ਨਹੀਂ ਚਾਹੁੰਦਾ। ਪਾਣੀ ਪਾਣੀ क्यों ना नहर ते जाके पानी विच डुब के मरिया जावे। हाँ यही ठीक रहेगा मेरे लिए। हाँ मैं नहर में छाल मार के मरांगा। मैं नहर के कंढे ते पहुंचा। आसा पासा वेख मैं नहर च छाल मारनी लगा सी। सामने लोगों का कट वेख के मैनू मेरे मरन का प्लान लेट होता नजर आया। मैं वेखना चाहया ये रौला भला किस गल दा पै रिहा। बचाओ लोगों मेरे पुत्त नू, कोई तां बचाओ। ना पुत्त मैनू किवें सारे छड्ड के चलिया। तेरे प्यो दे मरण तो बाद तां पहला ही मेरी जिंदगी नरक बन गई है। ना पुत्त ना। नरक तां मेरी जिंदगी बन गई है बुढ़िए। हट जा वरे, अज मैनू मर लैंदे। मैं तो नहीं हुंदियां रोज ओ तेरियां मिन्नतां। हट जा वरे। ना पुत्त ना,
ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ। ਤੈਨੂੰ ਕੀ ਚਾਹੀਦਾ? ਤੈਨੂੰ ਪੈਸੇ ਚਾਹੀਦੇ? ਆ ਲੈ ਪੈਸੇ। ਆ ਲੈ ਪੁੱਤ, ਆ ਲੈ ਪੈਸੇ, ਆ ਲੈ ਮੇਰੇ ਸੋਨੇ ਦੀਆਂ ਬਾਲੀਆਂ ਵੀ। ਚੱਲ ਪੁੱਤ ਚੱਲ, ਘਰ ਬਣ ਪੁੱਤ, ਬਣ ਘਰ, ਚੱਲ ਪੁੱਤ। ਭਾਈ ਸਾਹਿਬ ਕੀ ਹੋਇਆ ਇਸ ਨੌਜਵਾਨ ਨੂੰ? ਹੋਣਾ ਕੀ ਆ ਬਾਈ, ਇਹ ਸਾਡੇ ਨਾਲ ਦੇ ਪਿੰਡ ਦਾ ਮੁੰਡਾ ਪੰਮਾ ਏ। ਪਿਤਾ ਦੀ ਮੌਤ ਤੋਂ ਬਾਅਦ ਇਸ ਦੀ ਮਾਂ ਨੇ ਲੋਕਾਂ ਦੇ ਘਰੇ ਝਾੜੂ ਪੋਚਾ ਕਰਕੇ ਇਸ ਨੂੰ ਪੜ੍ਹਾਇਆ ਲਿਖਾਇਆ ਤੇ ਵੱਡਾ ਕੀਤਾ। ਫੇਰ ਕੀ, ਬੁਰੀ ਸੰਗਤ ਵਿੱਚ ਪੈ ਕੇ ਚਿੱਟੇ ਵਰਗਾ ਨਸ਼ਾ ਕਰਨ ਲੱਗ ਪਿਆ। ਇਸ ਪਤੰਦਰ ਨੇ ਤਾਂ ਨਸ਼ੇ ਦੀ ਆੜ ਵਿੱਚ ਆ ਕੇ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ। ਅੱਜ ਸਵੇਰੇ ਜਦੋਂ ਇਸਨੇ ਮਾਂ ਕੋਲੋਂ ਪੈਸੇ ਮੰਗੇ, ਮਾਂ ਨੇ ਮਨਾ ਕਰਤਾ। ਬਸ ਇੰਨੀ ਨਿੱਕੀ ਜੀ ਗੱਲ ਪਿੱਛੇ ਲੜਦਾ ਲੜਦਾ ਨਹਿਰ ਦੇ ਕੰਢੇ ਆ ਪਹੁੰਚਿਆ। ਪਰ ਯਾਰਾ, ਮੈਂ ਜਾਣਦਾ ਇਸ ਮਾਂ ਨੂੰ। ਇਹਨਾਂ ਦੇ ਗਵਾਂਢ 'ਚ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ। ਬੜਾ ਪਿਆਰ ਕਰਦੀ ਐ ਇਸ ਮੁੰਡੇ ਨੂੰ। ਵੈਸੇ ਵੀ ਇੱਕ ਮਾਂ ਦੀ ਮਮਤਾ ਆਪਣੇ ਬੱਚੇ ਨੂੰ ਮਰਨ ਕਿੱਥੇ ਦਿੰਦੀ ਹੈ। ਉਹ ਦੇਖ, ਲੈ ਗਈ ਬਚਾ ਕੇ। ਚੰਗਾ ਯਾਰ, ਪਰ ਇੱਕ ਗੱਲ ਦੱਸਾਂ ਬਾਈ, ਸਾਲੀ ਇਹੋ ਜਿਹੀ ਗੰਦੀ ਔਲਾਦ ਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਇਹ ਆਪ ਤਾਂ ਇਹਨੇ ਮਰਨਾ ਹੀ ਸੀ, ਪਿੱਛੇ ਵਿਚਾਰੀ ਮਾਂ ਰੋਜ਼ ਮਰਦੀ। ਚੰਗਾ, ਸਤਿ ਸ੍ਰੀ ਅਕਾਲ। ਨਹੀਂ ਨਹਿਰ ਵਿੱਚ ਡੁੱਬ ਕੇ ਮਰਨਾ ਵੀ ਮੈਨੂੰ ਬੜਾ ਸ਼ਰਮ ਨਾਲ ਸੰਬੰਧਿਤ ਲੱਗਾ। ਮੈਂ ਏਦਾਂ ਨਹੀਂ ਮਰ ਸਕਦਾ। ਓਏ ਇਹਨੂੰ ਤਾਂ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ। ਇਹ ਤਾਂ ਗਿਰਿਆ ਹੋਇਆ ਇਨਸਾਨ ਹੈ। ਓਏ ਇਹਨੂੰ ਤਾਂ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ। ਗਿਰਿਆ ਹੋਇਆ ਇਨਸਾਨ ਹੈ। ਇਹਨੂੰ ਤਾਂ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ। ਗਿਰਿਆ ਹੋਇਆ ਇਨਸਾਨ ਹੈ। ਇਹਨੂੰ ਤਾਂ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ। ਗਿਰਿਆ ਹੋਇਆ ਇਨਸਾਨ ਹੈ। ਚੰਗੀ ਸੋਚ ਮੈਨੂੰ ਮਰਨ ਕਿਉਂ ਨਹੀਂ ਦਿੰਦੀ? ਬਾਪੂ ਦੇ ਜਾਣ ਤੋਂ ਬਾਅਦ ਮੇਰੇ ਸਿਰ ਜ਼ਿੰਮੇਵਾਰੀਆਂ ਦਾ ਭਾਰ, ਮਹਿੰਗੀਆਂ ਡਿਗਰੀਆਂ ਕਰਕੇ ਵੀ ਨੌਕਰੀ ਨਹੀਂ ਮਿਲ ਰਹੀ। ਮਾਂ ਦਾ ਮਹਿੰਗਾ ਇਲਾਜ, ਭੈਣ ਦਾ ਵਿਆਹ। ਮੇਰਾ ਇੱਕੋ ਹੱਲ ਆ। ਮੇਰਾ ਇੱਕੋ ਹੱਲ ਆ। ਮੈਂ ਬਾਪੂ ਤੋਂ ਫਾਹ ਲੈ ਕੇ ਮਰਾਂਗਾ। ਹਾਂ, ਬਾਪੂ ਤੋਂ ਫਾਹ ਲੈ ਕੇ ਮਰਾਂਗਾ। यही मेरे लिए ठीक रहेगा। फाह लेके मरना मेरे लिए ठीक रहेगा। हाँ, मैं फाह लेके मरूंगा, फाह लेके मरूंगा। मैं हुण मर जाऊंगा, मैं मरूंगा। आज सबसे गंभीर और शर्मनाक मुद्दा है रेप का। छोटी बच्चियां भी सुरक्षित नहीं है हमारे देश में और हम जनता से पूछना चाहेंगे कि ऐसे अपराधियों को कौन सी सजा होनी चाहिए। आप नीचे दिए गए नंबर 309026 पर हमें अपनी राय दीजिए। आज प्रधानमंत्री नरेंद्र मोदी ठीक 5 बजे जनता से अपनी मन की बात करेंगे। ਆ ਜਿਹੜੇ ਲੋਕ ਔਰਤਾਂ ਜਾਂ ਬੱਚੀਆਂ ਤੇ ਮਾੜੀ ਨਿਗਾਹ ਰੱਖਦੇ ਨਾ ਬਾਈ, ਮੈਂ ਤਾਂ ਕਹਿੰਦਾ ਇਹਨਾਂ ਨੂੰ ਦੂਜੇ ਦੇਸ਼ ਵਾਂਗ ਚੌਂਕ 'ਚ ਖੜਾ ਕਰਕੇ ਫਾਹਾ ਲਾ ਦੇਣਾ ਚਾਹੀਦਾ। ਸਹੀ ਗੱਲ ਆ ਬਾਈ, ਇਹੋ ਜਿਹੇ ਅਪਰਾਧੀਆਂ ਨੂੰ ਤਾਂ ਕੁੱਟ-ਕੁੱਟ ਮਾਰ ਦੇਣਾ ਚਾਹੀਦਾ ਤੇ ਬਾਕੀ ਫੈਸਲਾ ਜਨਤਾ ਦੇ ਹੱਥ। ਸਹੀ ਗੱਲ ਆ ਬਾਈ, ਤਾਂ ਜੋ ਇਹ ਅਪਰਾਧੀ ਪੈਸਿਆਂ ਜਾਂ ਅਹੁਦਿਆਂ ਦਾ ਸਹਾਰਾ ਲੈ ਕੇ ਬਚ ਨਾ ਸਕਣ। ਇਹਨਾਂ ਦਰਿੰਦਿਆਂ ਨੂੰ ਤਾਂ ਨੱਥ ਪਾ ਦੇਣੀ ਚਾਹੀਦੀ ਆ। ਸਹੀ ਕਿਹਾ ਬਾਈ, ਤਾਂ ਹੀ ਸਾਰੀਆਂ ਧੀਆਂ ਭੈਣਾਂ ਦੀ ਹਿਫਾਜ਼ਤ ਹੋ ਸਕਦੀ ਆ। ਸ਼ੁਕਰੀਆ ਬਾਈ। ਲਾ ਦਿਓ ਫਾਂਸੀ ਅਪਰਾਧੀ ਨੂੰ, ਮਾਰ ਦਿਓ, ਲਾ ਦਿਓ ਫਾਂਸੀ ਇਸ ਨੂੰ, ਲਾ ਦਿਓ ਫਾਂਸੀ ਅਪਰਾਧੀ ਨੂੰ, ਮਾਰ ਦਿਓ, ਲਾ ਦਿਓ ਫਾਂਸੀ ਇਸ ਨੂੰ। ਮੈਂ ਕੋਈ ਅਪਰਾਧ ਨਹੀਂ ਕੀਤਾ, ਫਿਰ ਮੈਨੂੰ ਫਾਹਾ ਕਿਸ ਗੱਲ ਦਾ? ਫਾਹਾ ਤਾਂ ਅਪਰਾਧੀਆਂ ਨੂੰ ਲਾਇਆ ਜਾਂਦਾ। ਮੈਂ ਬੇਕਸੂਰ ਹਾਂ,
मैं कोई गुनाह नहीं कीता। जे मैं कोई गुनाह नहीं कीता फिर मैं अपने आप नूं फाहा के लाउण चलिया। लगदा इदां मरना भी ठीक नहीं। की इधर उधर वेखी जाना है? ले खाला मरला कुछ पता नहीं की सारी दिहाड़ी हवा तवा बोली जाता। हाँ, कुछ खा के मरना ठीक रहेगा, जहर वगैरह। ये फैसला मैं कान बंद करके करांगा। रूम मैं लोकां दियां कईयां गल्लां मैनू मारन तो रोकदियां ने। ये फैसला मैं कान बंद करके करांगा। बोला होया खा। यार अभी कुछ खा के ਤਾਂ ਜਿਉਣਾ ਹੁੰਦਾ, ਮਰਨਾ ਥੋੜੀ ਹੁੰਦਾ। ਲੱਗਦਾ ਮੇਰੀ ਚੰਗੀ ਸੋਚ ਵਾਰ-ਵਾਰ ਮੈਨੂੰ ਮੌਤ ਦੇ ਮੂੰਹੋਂ ਬਚਾ ਕੇ ਇਹੀ ਸਿਖਾ ਰਹੀ ਹੈ ਕਿ ਮਰਨਾ ਤਾਂ ਸੌਖਾ, ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਮਰਨਾ ਤਾਂ 2 ਮਿੰਟ ਦਾ ਖੇਲ ਹੈ। ਪਰੰਤੂ ਆਪਣੇ ਦੁੱਖਾਂ, ਆਉਣ ਵਾਲੇ ਹਾਲਾਤਾਂ ਨਾਲ ਲੜ ਕੇ ਜਿਉਣਾ ਬਹੁਤ ਔਖਾ। ਸੌਖਾ ਤਾਂ ਇਸ ਜ਼ਿੰਦਗੀ 'ਚ ਕੁਝ ਵੀ ਨਹੀਂ। ਹੁਣ ਮੈਂ ਨਹੀਂ ਮਰਾਂਗਾ, ਸਗੋਂ ਸਿਰ ਉਠਾ ਕੇ ਜੀਵਾਂਗਾ। ਕੁਝ ਹੱਕਾਂ ਲਈ ਚੱਲਦੀਆਂ ਨੇ, ਕੁਝ ਹਾਕਮਾਂ ਲਈ ਚੱਲਦੀਆਂ ਨੇ। ਫਰਕ ਬੜਾ ਹੁੰਦਾ ਹੈ ਤਲਵਾਰਾਂ ਵਿੱਚ। ਕੁਝ ਗਰੀਬੀ ਮੁਕਾਉਂਦੀਆਂ ਨੇ, ਕੁਝ ਗਰੀਬ ਮੁਕਾਉਂਦੀਆਂ ਨੇ। ਫਰਕ ਬੜਾ ਹੁੰਦਾ ਹੈ ਸਰਕਾਰਾਂ ਵਿੱਚ। ਕੁਝ ਕੀਮਤੀ ਲਿਖਦੇ ਨੇ, ਕੁਝ ਕੀਮਤ ਲਈ ਲਿਖਦੇ ਨੇ। ਫਰਕ ਬੜਾ ਹੁੰਦਾ ਹੈ ਕਲਮਕਾਰਾਂ ਵਿੱਚ। ਮਰਨ ਸਮੇਂ ਰੋਣਾ ਤੇ ਮਰ ਕੇ ਰਵਾਉਣਾ, ਇਸ ਵਿਚਲੇ ਸਫ਼ਰ ਵਿੱਚ ਜ਼ਿੰਦਗੀ ਨੂੰ ਵਧੀਆ ਖਾਦ ਜ਼ਰੂਰੀ ਹੈ। ਮੁਰਦਾ ਏ ਤਾਂ ਸਿਰ ਝੁਕਾ ਕੇ ਤੁਰਿਆ ਕਰ, ਜ਼ਿੰਦਾ ਏ ਤਾਂ ਜ਼ਿੰਦਗੀ ਜ਼ਿੰਦਾਬਾਦ ਜ਼ਰੂਰੀ ਹੈ। ਜ਼ਿੰਦਾ ਏ ਤਾਂ ਜ਼ਿੰਦਗੀ ਜ਼ਿੰਦਾਬਾਦ ਜ਼ਰੂਰੀ ਹੈ। ਕੀ ਹੋਇਆ ਜੇ, ਉਹ ਕੀ ਹੋਇਆ ਜੇ, ਕੀ ਹੋਇਆ ਜੇ ਵਕਤ ਇਹ ਸਾਡਾ ਨਹੀਂ ਹੋਇਆ। ਨਾ ਹੋ ਤੂੰ ਫਿਰ ਵੀ ਉਦਾਸ ਵੇ ਲੋਕਾ, ਮੌਤ ਨਾਲ ਕੋਈ ਹੱਲ ਨਹੀਂ, ਨਾ ਹੀ ਕੋਈ ਸੰਨਿਆਸ ਵੇ ਲੋਕਾ, ਉਹ ਨਾ ਹੀ ਕੋਈ ਸੰਨਿਆਸ ਵੇ ਲੋਕਾ। ਰੋਕ ਵੇ ਲੋਕਾ, ਮਰਨ ਵਿੱਚ ਅੰਤਰ ਹੁੰਦਾ,
ਮੁਸ਼ਕਲ ਲੱਗ ਰਿਹਾ, ਜਿਵੇਂ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਜੀ ਮੈਨੂੰ ਲਾਂਤਾ ਪਾ ਰਹੇ ਹੋਣ। ਤੇ ਭਗਤ ਸਿੰਘ ਮੈਨੂੰ ਕਹਿ ਰਿਹਾ ਹੋਵੇ ਅਸੀਂ ਤੁਹਾਡੇ ਲਈ ਮਰੇ ਆ। ਤੁਹਾਡੀਆਂ ਪਗੜੀਆਂ ਸੰਭਾਲਦੇ ਮਰੇ ਆ। ਪਰ ਤੁਸੀਂ ਕਿਸ ਲਈ ਮਰ ਰਹੇ ਹੋ? ਅਸੀਂ ਨਹੀਂ ਮਰ ਰਹੇ, ਸਾਡੇ ਵਿੱਚੋਂ ਇਨਸਾਨੀਅਤ ਜ਼ਮੀਰਾਂ ਮਰ ਰਹੀਆਂ ਨੇ। ਸਾਡਾ ਵਜੂਦ ਖਤਮ ਹੋ ਰਿਹਾ ਏ। ਖਲੋ ਤੋਰ ਜ਼ਿੰਦਗੀ ਨੂੰ ਵਿੱਚ ਸੰਘਰਸ਼ ਦੇ ਚੋਕ ਵੇ ਲੋਕਾਂ, ਮੋੜਨ ਵਾਲੇ ਮੋੜ ਦਿੰਦੇ ਨੇ ਵਕਤ ਦਾ ਪਈਆ, ਤੂੰ ਵੀ ਨਾਲ ਹਾਣੀਆਂ ਵਕਤ ਨੂੰ ਤੋਰ ਵੇ ਲੋਕਾਂ। ਸਾਥੀਓ, ਅਸੀਂ ਸਰਕਾਰ ਕੋਲੋਂ ਭੀਖ ਨਹੀਂ ਮੰਗਦੇ, ਹੱਕ ਕਦੇ ਮੰਗਿਆ ਨਹੀਂ ਮਿਲਦੇ, ਇਹ ਖੋਏ ਜਾਂਦੇ ਨੇ। ਜਿਹੜੇ ਲੋਕ ਆਪਣੇ ਹੱਕਾਂ ਲਈ ਨਹੀਂ ਲੜਦੇ ਉਹ ਬੁਜ਼ਦਿਲ ਤੇ ਡਰਪੋਕ ਹੁੰਦੇ ਨੇ। ਆਪਣੇ ਹੱਕ ਲੈਣ ਦਾ ਇੱਕੋ ਇੱਕ ਰਾਹ ਏ, ਏਕੇ ਤੇ ਸੰਘਰਸ਼ ਦਾ ਰਾਹ। ਜਿੰਨਾ ਚਿਰ ਤੱਕ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਮੰਤਰੀ ਜੀ ਨਹੀਂ ਦੇ ਦਿੰਦੇ, ਅਸੀਂ ਇੱਥੇ ਹੀ ਡਟੇ ਰਹਾਂਗੇ। ਜੀਵਾਂਗੇ ਜਾਂ ਮਰਾਂਗੇ, ਜੋ ਸਾਡੇ ਨਾਲ ਟਕਰਾਏਗਾ ਚੂਰ ਚੂਰ ਹੋ ਜਾਏਗਾ। ਜੀਵਾਂਗੇ ਜਾਂ ਮਰਾਂਗੇ, ਹੱਕਾਂ ਦੇ ਲਈ ਲੜਾਂਗੇ। ਇਨਕਲਾਬ ਜ਼ਿੰਦਾਬਾਦ। ਜੀਵਾਂਗੇ ਜਾਂ ਮਰਾਂਗੇ, ਹੱਕਾਂ ਦੇ ਲਈ ਲੜਾਂਗੇ। ਜੋ ਸਾਡੇ ਨਾਲ ਟਕਰਾਏਗਾ ਚੂਰ ਚੂਰ ਹੋ ਜਾਏਗਾ। ਜੀਵਾਂਗੇ ਜਾਂ ਮਰਾਂਗੇ, ਹੱਕਾਂ ਦੇ ਲਈ ਲੜਾਂਗੇ। ਜੋ ਸਾਡੇ ਨਾਲ ਟਕਰਾਏਗਾ ਚੂਰ ਚੂਰ ਹੋ ਜਾਏਗਾ। ਕਿਸਾਨ ਵਿਰੋਧੀ ਬਿੱਲ ਵੀ ਸੋਭੀ ਰੱਦ ਕਰੋ, ਰੱਦ। ਜੀਵਾਂਗੇ ਜਾਂ ਮਰਾਂਗੇ, ਹੱਕਾਂ ਦੇ ਲਈ ਲੜਾਂਗੇ। ਜੋ ਸਾਡੇ ਨਾਲ ਟਕਰਾਏਗਾ। ਚੂਰ ਚੂਰ ਹੋ ਜਾਏਗਾ। ਮੈਂ ਤੁਹਾਨੂੰ ਲਿਖਤੀ ਵਿਸ਼ਵਾਸ ਦਿਵਾਉਣਾ ਕਿ 1 ਮਹੀਨੇ ਦੇ ਵਿੱਚ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ।